मैसेज मैं बहुत सोहना तैयार किया सी, पर मैं कापी घर छड्ड आया। पर हुण मैं चेते दे नाल करूँगा। देखो, इस वेले असीं जिस जमाने दे विच रह रहे हैं ना, तुसीं किसी भी आदमी नूं पुछ के देख लो कि तेरी आइडेंटिटी की है, तू कौन आ? और इस तरह लोग ਤੁਹਾਨੂੰ ਜਵਾਬ ਦੇਣਗੇ, ਜਾਂ ਤਾਂ ਆਪਣੇ ਕਿੱਤੇ ਦੇ ਨਾਲ ਜੋੜ ਦੇਣਗੇ ਕਿ ਮੈਂ ਡਾਕਟਰ, ਉਹ ਆਪਣੇ ਆਪ ਨੂੰ ਰੇਸ ਦੇ ਨਾਲ ਜੋੜ ਦੇਣਗੇ। ਔਰ ਜਿਸ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ, ਕੋਈ ਕਹੇਗਾ ਕਿ ਮੈਂ ਗੋਰਾ ਹਾਂ, ਕੋਈ ਕਹੇਗਾ ਮੈਂ ਚੀਨਾ ਹਾਂ, ਕੋਈ ਕਹੇਗਾ ਕਿ ਨਹੀਂ ਮੈਂ ਅਫਰੀਕਨ ਹਾਂ। ਕੋਈ ਬੋਲੀ ਦੇ ਨਾਲ ਜੋੜ ਦੇਗਾ, ਮੈਂ ਪੰਜਾਬੀ ਹਾਂ, ਮੈਂ ਮੈਂ ਹੀਬਰੂ ਹਾਂ, ਮੈਂ ਉਸ ਦੇ ਨਾਲ ਜੋੜ ਲਏਗਾ। ਕੋਈ ਧਰਮ ਦੇ ਨਾਲ ਜੋੜ ਲਏਗਾ। ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ। ਪਰ ਇਹ ਸਾਰੀਆਂ ਚੀਜ਼ਾਂ ਨੂੰ ਵੀ ਅਗਰ ਅਸੀਂ ਇਕੱਠਾ ਕਰ ਲਈਏ ਤਾਂ ਕੀ ਅਸੀਂ ਬਸ ਇਹੋ ਹੀ ਹਾਂ? ਦਿਸ ਇਜ਼ ਆਲ। ਸਿੱਖ ਘਰ ਦੇ ਵਿੱਚ ਜਨਮ ਲੈ ਕੇ ਕੋਈ ਸਿੱਖ ਨਹੀਂ ਹੋ ਜਾਂਦਾ, ਹਿੰਦੂ ਘਰ ਦੇ ਵਿੱਚ ਜਨਮ ਲੈ ਕੇ ਕੋਈ ਹਿੰਦੂ ਨਹੀਂ ਹੋ ਜਾਂਦਾ, ਯਹੂਦੀਆਂ ਦੇ ਵਿੱਚ ਜਨਮ ਲੈ ਕੇ ਕੋਈ ਯਹੂਦੀ ਨਹੀਂ ਹੋ ਜਾਂਦਾ। ਔਰ ਪ੍ਰਭੂ ਯਿਸੂ ਮਸੀਹ ਨੇ ਇਹ ਸਾਨੂੰ ਦਿਖਾਇਆ ਵਚਨ ਦੇ ਵਿੱਚ, ਜਿਸ ਲਈ ਅਸੀਂ ਦੇਖਦੇ ਹਾਂ ਕਿ ਉਹ ਯਹੂਦੀ ਲੋਕ ਬੜੇ ਇਸ ਚੀਜ਼ ਦੇ ਵਿੱਚ ਉਹਨਾਂ ਦਾ ਇੱਕ ਪ੍ਰਾਈਡ ਸੀਗਾ ਕਿ ਅਸੀਂ ਯਹੂਦੀ ਲੋਕ ਹਾਂ, ਅਸੀਂ ਅਬਰਾਹਮ ਦੀ ਸੰਤਾਨ ਹਾਂ। ਪਰ ਇਹ ਸੱਚ ਨਹੀਂ ਸੀ। ਯਹੂਦੀਆਂ ਦੇ ਘਰ ਪੈਦਾ ਹੋ ਕੇ ਕੋਈ ਯਹੂਦੀ ਨਹੀਂ ਬਣ ਜਾਂਦਾ। ਔਰ ਪ੍ਰਭੂ ਯਿਸੂ ਮਸੀਹ ਨੇ ਜਿਸ ਲਈ ਉਹ ਜਵਾਬ ਦਿੱਤਾ ਸੀ ਕਿ ਉਹ ਉਸ ਆਈਡੈਂਟਿਟੀ ਦੇ ਨਾਲ ਕਿ ਅਸੀਂ ਯਹੂਦੀਆਂ, ਬਾਕੀ ਦੇ ਲੋਕਾਂ ਨੂੰ ਉਹ ਹਮੇਸ਼ਾ ਨੀਵਾਂ ਦਿਖਾਉਂਦੇ ਸੀ, ਹਮੇਸ਼ਾ ਨੀਵਾਂ ਦਿਖਾਉਂਦੇ ਸੀ ਕਿ ਤੁਸੀਂ ਔਰ ਦੂਸਰੀਆਂ ਕੌਮਾਂ ਦੇ ਲੋਕਾਂ ਨੂੰ ਉਹਨਾਂ ਦੇ ਲਈ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਨਾਮ ਉਹਨਾਂ ਦੇ ਲਈ ਰੱਖੇ ਹੋ ਸੀ। ਕਿਸੇ ਨੂੰ ਸਾਮਰੀ ਕਹਿ ਦਿੰਦੇ ਸੀ, ਕਿਸੇ ਨੂੰ ਕੁਸ਼ ਕਹਿ ਦਿੰਦੇ ਸੀ, ਕਿਸੇ ਨੂੰ ਕੁਸ਼ ਕਹਿ ਦਿੰਦੇ ਸੀ। ਲਾ ਲਿਆ ਨਾ ਉਹਨਾਂ ਨੇ ਆਪਣੇ ਨਾਮ ਦੇ ਨਾਲ ਇੱਕ ਨਾਮ। ਅਸੀਂ ਕੌਣ? ਅਸੀਂ ਅਬਰਾਹਮ ਦੀ ਸੰਤਾਨ। ਔਰ ਇਹ ਤੂੰ ਕਿਸ ਤਰ੍ਹਾਂ ਕਹਿੰਦਾ ਪਿਆ ਹੈਗਾ ਕਿ ਤੁਸੀਂ ਮੁਕਤ ਕੀਤੇ ਜਾਓਗੇ? ਪ੍ਰਭੂ ਯਿਸੂ ਮਸੀਹ ਨੇ ਦੇਖੋ ਕਿੰਨੇ ਪਿਆਰ ਦੇ ਨਾਲ ਜਵਾਬ ਦਿੱਤਾ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਦਾਸ ਹੈ, ਅਤੇ ਦਾਸ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ। ਕਿੰਨਾ ਫਰਕ ਹੈ ਨਾ। ਸੋ ਜੇ ਮੈਂ ਪੰਜਾਬੀ ਹਾਂ, ਮੈਂ ਜੱਟ ਖਾਨਦਾਨ ਦੇ ਵਿੱਚੋਂ ਹਾਂ, ਮੈਂ ਇੰਡੀਆ ਤੋਂ ਆਇਆ, ਮੈਂ ਮਕੈਨਿਕ ਹਾਂ, ਸਾਰੀਆਂ ਚੀਜ਼ਾਂ ਜੇ ਜੋੜ ਲਈਏ, ਉਹਨਾਂ 'ਚੋਂ ਕੋਈ ਵੀ ਇੱਕ ਵੀ ਚੀਜ਼ ਮੈਨੂੰ ਮੁਕਤੀ ਦੇ ਵੱਲ ਨਹੀਂ ਲੈ ਕੇ ਜਾਂਦੀ। ਉਹਨਾਂ 'ਚੋਂ ਇੱਕ ਵੀ ਚੀਜ਼ ਮੈਨੂੰ ਪ੍ਰਭੂ ਦੇ ਨਾਲ ਨਹੀਂ ਜੋੜਦੀ। ਉਹ ਮੇਰੀ ਖਾਲੀ ਮੈਂ, ਉਸ ਦੇ ਵਿੱਚ ਕੁਛ ਨਹੀਂ। ਸੋ ਹੁਣ ਪ੍ਰਭੂ ਨੇ ਦੇਖੋ ਉਹਨਾਂ ਨੂੰ ਕੀ ਕਿਹਾ, ਕਹਿੰਦਾ ਇਸ ਲਈ ਜੇਕਰ ਪੁੱਤਰ ਤੁਹਾਨੂੰ ਮੁਕਤ ਕਰਦਾ ਹੈ ਤਾਂ ਤੁਸੀਂ ਅਸਲ ਦੇ ਵਿੱਚ ਮੁਕਤ ਹੋਵੋਗੇ। ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਮ ਦੇ ਕੁਲ ਦੇ ਵਿੱਚੋਂ ਹੋ, ਪਰ ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਵਿਉਂਤ ਬਣਾ ਰਹੇ ਹੋ, ਕਿਉਂਕਿ ਮੇਰੇ ਵਚਨ ਵਾਸਤੇ ਤੁਹਾਡੇ ਦਿਲਾਂ ਦੇ ਵਿੱਚ ਕੋਈ ਥਾਂ ਨਹੀਂ ਹੈ। ਮੈਂ ਉਹੀ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਕੋਲੋਂ ਦੇਖਿਆ ਹੈ, ਪਰ ਤੁਸੀਂ ਉਹੀ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਦੇ ਕੋਲੋਂ ਸੁਣਿਆ। ਉਹਨਾਂ ਨੇ ਯਿਸੂ ਨੂੰ ਆਖਿਆ ਅਸੀਂ ਅਬਰਾਹਮ ਦੀ ਸੰਤਾਨ। ਪਰ ਯਿਸੂ ਨੇ ਉਹਨਾਂ ਨੂੰ ਅੱਗਿਓਂ ਕਿਹਾ, ਜੇਕਰ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਅਬਰਾਹਮ ਵਰਗੇ ਕੰਮ ਕਰਦੇ। ਤੁਸੀਂ ਤਾਂ ਮੈਨੂੰ ਇੱਕ ਇਹੋ ਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ ਜਿਸ ਨੇ ਤੁਹਾਨੂੰ ਪਰਮੇਸ਼ਰ ਦੇ ਕੋਲੋਂ ਸੁਣੇ ਹੋਏ ਸੱਤ ਬਾਰੇ ਦੱਸਿਆ ਹੈ। ਅਬਰਾਹਮ ਨੇ ਇਸ ਤਰ੍ਹਾਂ ਨਹੀਂ ਕੀਤਾ, ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ। ਉਹਨਾਂ ਨੇ ਉੱਤਰ ਦਿੱਤਾ, ਅਸੀਂ ਹਰਾਮ ਦੀ ਸੰਤਾਨ ਨਹੀਂ ਹਾਂ, ਸਾਡਾ ਇੱਕ ਹੀ ਪਿਤਾ ਪਰਮੇਸ਼ਵਰ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਜੇਕਰ ਪਰਮੇਸ਼ਵਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਪਰਮੇਸ਼ਵਰ ਦੇ ਕੋਲੋਂ ਇੱਥੇ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਬਲਕਿ ਉਸਨੇ ਮੈਨੂੰ ਘੱਲਿਆ ਹੈ। ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਹੋ? ਕਿਉਂਕਿ ਤੁਸੀਂ ਮੇਰੇ ਵਚਨ ਸੁਣਨ ਦੇ ਯੋਗ ਵੀ ਨਹੀਂ ਹੋ। ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ
ਅਤੇ ਆਪਣੇ ਪਿਤਾ ਦੀਆਂ ਇੱਛਾਵਾਂ ਹੀ ਪੂਰੀਆਂ ਕਰਨੀਆਂ ਚਾਹੁੰਦੇ ਹੋ। ਉਹ ਆਦਿ ਤੋਂ ਹੀ ਕਾਤਲ ਸੀ। ਉਹ ਸੱਤ ਉੱਤੇ ਖੜਾ ਨਹੀਂ ਸੀ, ਕਿਉਂਕਿ ਸੱਤ ਉਸ ਦੇ ਵਿੱਚ ਨਹੀਂ ਸੀ। ਜਦੋਂ ਉਹ ਝੂਠ ਬੋਲਦਾ ਸੀ ਤਾਂ ਉਹ ਆਪਣੇ ਸੁਭਾਅ ਦੇ ਅਨੁਸਾਰ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਤੇ ਝੂਠਿਆਂ ਦਾ ਪਿਓ ਹੈ। ਮੈਂ ਸੱਚ ਬੋਲ ਰਿਹਾ ਹਾਂ ਅਤੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਸਿੱਧ ਕਰ ਸਕਦਾ ਹੈ? ਜੇਕਰ ਮੈਂ ਸੱਚ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ ਹੋ? ਜੇਕਰ ਜੋ ਪਰਮੇਸ਼ਵਰ ਤੋਂ ਹੈ ਉਹ ਪਰਮੇਸ਼ਵਰ ਦੇ ਵਚਨ ਸੁਣਦਾ ਹੈ, ਕਿਉਂਕਿ ਤੁਸੀਂ ਪਰਮੇਸ਼ਵਰ ਤੋਂ ਨਹੀਂ ਹੋ ਅਤੇ ਤੁਸੀਂ ਪੈ ਗਈਆਂ ਸਾਰੀਆਂ ਆਇਡੈਂਟੀਟੀ ਖੂਹ ਦੇ ਵਿੱਚ। ਜੋ ਕੁਛ ਉਹਨਾਂ ਨੇ ਆਪਣੇ ਆਪ ਨੂੰ ਬਣਾਇਆ ਸੀ ਸਭ ਕੁਝ ਖੂਹ ਦੇ ਵਿੱਚ ਪੈ ਗਿਆ। ਸੋ ਅਸਲ ਦੇ ਵਿੱਚ ਸਾਡੀ ਆਇਡੈਂਟੀਟੀ ਕੀ ਹੋਣੀ ਚਾਹੀਦੀ? ਹੁਣ ਸਵਾਲ ਇੱਥੇ ਆ, ਅਸਲ ਦੇ ਵਿੱਚ ਸਾਡੀ ਆਇਡੈਂਟੀਟੀ ਕੀ ਹੋਣੀ ਚਾਹੀਦੀ ਹੈ? ਔਰ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਫਿਰ ਅਸੀਂ ਕੌਣ? ਅਸੀਂ ਕੌਣ ਜੋ ਪ੍ਰਭੂ ਦੇ ਬੱਚੇ, ਪ੍ਰਭੂ ਦੇ ਘਰ ਬੈਠੇ ਹੋ? ਦੇਖੋ, ਪਹਿਲੀ ਚੀਜ਼, ਅਸੀਂ ਪ੍ਰਭੂ ਦੇ ਦੁਆਰਾ ਚੁਣੇ ਗਏ। ਮੇਰੇ ਨਾਲ ਅਫਸੀਆਂ ਦੀ ਪੋਥੀ ਦੇ ਵਿੱਚ ਸਾਡਾ ਇੱਕ ਚੁਣਾਵ ਹੋਇਆ। ਕੋਈ ਯਿਸੂ ਦੇ ਕੋਲ ਨਹੀਂ ਆ ਸਕਦਾ ਜਦ ਤੱਕ ਕਿ ਬਾਪ ਉਸ ਨੂੰ ਲੈ ਕੇ ਨਾ। ਕੋਈ ਨਹੀਂ ਆ ਸਕਦਾ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਕਿ ਬਾਪ ਆਪ ਉਸ ਨੂੰ ਲੈ ਕੇ ਨਾ ਆਏ, ਜਦ ਤੱਕ ਕਿ ਬਾਪ ਉਸ ਨੂੰ ਪ੍ਰੇਰੇ ਨਾ ਮੇਰੇ ਵੱਲ ਆਉਣ ਦੇ ਲਈ। ਔਰ ਜਦ ਤੱਕ ਉਹ ਜੋ ਕੁਝ ਉਹ ਪੜ੍ਹਦਾ ਆ, ਬਾਪ ਉਸ ਦੇ ਵਿੱਚੋਂ ਦਿਖਾ ਕੇ ਉਸ ਨੂੰ ਮੇਰੇ ਕੋਲ ਲੈ ਕੇ ਆਏ। ਕੋਈ ਮੇਰੇ ਕੋਲ ਨਹੀਂ ਆ ਸਕਦਾ। ਤੇ ਪ੍ਰਭੂ ਨੇ ਕਦੋਂ ਸਾਨੂੰ ਯਿਸੂ ਨੂੰ ਦੇ ਦਿੱਤਾ ਸੀ? ਹੁਣ ਸਵਾਲ ਇਹ ਪੈਦਾ, ਕਦੋਂ ਉਸਨੇ ਯਿਸੂ ਨੂੰ ਦੇ ਦਿੱਤਾ ਸੀ? ਮੇਰੇ ਨਾਲ ਅਫਸੀਆਂ ਦੇ ਪਹਿਲੇ ਭਾਵ ਦੇ ਵਿੱਚ ਆ ਜਾਓ। ਪੌਲੁਸ ਦੇ ਵੱਲੋਂ ਜੋ ਪਰਮੇਸ਼ਵਰ ਦੀ ਇੱਛਾ ਦੇ ਨਾਲ ਮਸੀਹ ਯਿਸੂ ਦਾ ਸੰਦੇਸ਼ਵਾਹਕ ਹੈ। ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਆ, ਪਰਮੇਸ਼ਵਰ ਦੀ ਆਪਣੀ ਇੱਛਾ ਦੇ। ਅਫਸੀਆਂ ਦੀ ਪਵਿੱਤਰ ਵਿਸ਼ਵਾਸ ਸੰਗਤ ਨੂੰ ਨਮਸਕਾਰ। ਸਾਡੇ ਪਰਮੇਸ਼ਵਰ ਪਿਤਾ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਤੇ ਸ਼ਾਂਤੀ ਦਾ ਦਾਨ ਹੈ। ਸੋ ਉਹ ਸ਼ਾਂਤੀ, ਉਹ ਦਾਨ, ਉਹ ਕਿਰਪਾ ਸਾਡੇ ਨਾਲ। ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਰਥਾਤ ਪਰਮੇਸ਼ਵਰ ਦਾ ਧੰਨਵਾਦ ਹੋਵੇ, ਜਿਸ ਨੇ ਸਾਨੂੰ ਮਸੀਹ ਦੇ ਦੁਆਰਾ ਹਰ ਆਤਮਿਕ ਦਾਤ ਦਾ ਦਾਨ ਜੋ ਸਵਰਗ ਦੇ ਵਿੱਚ ਹੈ ਦਿੱਤਾ ਹੈ। ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਉਸ ਨੇ ਸਾਨੂੰ ਮਸੀਹ ਦੇ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਾਹਮਣੇ ਪਵਿੱਤਰ ਅਤੇ ਨਿਹਕਲੰਕ ਠਹਿਰੀਏ। ਸਾਡੇ ਨਾਲ ਆਪਣੇ ਪਿਆਰ ਦੇ ਕਾਰਨ ਉਸਨੇ ਸਾਨੂੰ ਵੱਖ ਕਰ ਲਿਆ ਕਿ ਅਸੀਂ ਯਿਸੂ ਮਸੀਹ ਦੇ ਦੁਆਰਾ ਉਸ ਦੀ ਗੋਦ ਦੀ ਸੰਤਾਨ ਬਣ ਜਾਈਏ। ਇਹ ਸਭ ਉਸ ਦੀ ਆਪਣੀ ਖੁਸ਼ੀ ਅਤੇ ਇੱਛਾ ਦੇ ਕਾਰਨ ਹੋਇਆ। ਉਸਨੇ ਇਹ ਕੀਤਾ ਕਿ ਅਸੀਂ ਸੱਚੇ ਮਨੋਂ ਉਸ ਦੇ ਅਤ ਸੁੰਦਰ ਰਾਹ ਨੂੰ, ਮੇਰੀ ਸਿਆਹੀ ਲੱਗੀ ਕਿ ਲਿਖਿਆ ਇੱਥੇ, ਦਾਤ ਨੂੰ ਸਾਨੂੰ ਉਸ ਦੇ ਪਿਆਰੇ ਪੁੱਤਰ ਦੇ ਵਿੱਚ ਮਿਲੀ ਹੈ ਵਡਿਆਈ। ਅਸੀਂ ਇੱਥੇ ਖੋਖਲੇ ਨਹੀਂ ਬੈਠੇ, ਬਾਹਰੋਂ ਰੰਗ ਤੋਂ ਨਹੀਂ ਅਸੀਂ ਜਾਣੇ ਜਾਂਦੇ, ਆਪਣੀ ਬੋਲੀ ਤੋਂ ਨਹੀਂ ਜਾਣੇ ਜਾਂਦੇ। ਅਸੀਂ ਜਾਣੇ ਜਾਂਦੇ ਹਾਂ ਪ੍ਰਭੂ ਪਰਮੇਸ਼ਵਰ ਦੇ ਨਾਲ, ਜਿਸ ਨੇ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਹੀ ਨਾਮਜ਼ਦ ਕਰ ਦਿੱਤਾ ਕਿ ਇਹ ਮੇਰੀ ਆ, ਇਹ ਮੇਰਾ ਆ, ਇਹ ਮੇਰਾ। ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਚੁਣ ਨਾ। ਕਿਹਨੂੰ ਪ੍ਰਭੂ ਚੁਣਦਾ, ਕਿਹਨੂੰ ਨਹੀਂ, ਉਹ ਮੇਰੇ ਹੱਥਾਂ ਦੇ ਵਿੱਚ ਨਹੀਂ, ਉਹ ਮੇਰੀ ਚੋਇਸ ਨਹੀਂ। ਪਰ ਇਸ ਚੀਜ਼ ਦੇ ਲਈ ਸ਼ੁਕਰ ਕਰੋ ਪ੍ਰਭੂ ਦੇ ਲਈ ਕਿ ਪ੍ਰਭੂ ਨੇ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਹੀ ਮੈਨੂੰ ਚੁਣ ਲਿਆ ਔਰ ਵੱਖਰਾ ਕਰ ਲਿਆ, ਔਰ ਉਸਨੇ ਗੋਦ ਦੀ ਸੰਤਾਨ ਬਣਾ ਦਿੱਤਾ। ਸੰਤਾਨ ਉਸਨੇ ਕਿਸ ਤਰ੍ਹਾਂ ਬਣਾਇਆ? ਮੇਰੇ ਨਾਲ ਯਹੂਨਾ ਦੇ ਪਹਿਲੇ ਭਾਗ ਦੇ ਵਿੱਚ ਆਓ, ਉੱਥੇ ਅਸੀਂ ਦੇਖਦੇ ਹਾਂ ਥੋੜ੍ਹੀਆਂ ਜਿਹੀਆਂ ਆਇਤਾਂ, ਉੱਥੋਂ ਦੇਖਦੇ ਹਾਂ, ਫਿਰ ਆਪਾਂ ਅੱਗੇ ਵਧਦੇ ਹਾਂ। ਸੋ ਯਹੂਨਾ ਦੇ ਵਿੱਚ ਬੜੀ ਕਲੈਰਿਟੀ ਦੇ ਨਾਲ ਸਾਨੂੰ ਇਹ ਚੀਜ਼ ਦਿਖਾਈ ਦਿੰਦੀ ਹੈ, ਬੜੀ ਸਫਾਈ ਦੇ ਨਾਲ ਪ੍ਰਭੂ ਨੇ ਯਹੂਨਾ ਦੇ ਵਿੱਚ ਇਹ ਸਾਨੂੰ ਦੱਸਿਆ ਕਿ ਅਸੀਂ ਕੌਣ ਆ, ਅਸੀਂ ਪ੍ਰਭੂ ਦੇ ਵਿੱਚ ਕੌਣ ਆ। ਮੈਂ ਇਸ ਦੀ 9ਵੀਂ ਆਇਤ ਤੋਂ ਪੜ੍ਹੂੰਗਾ, ਸ਼ੁਰੂ ਤੋਂ ਪੜ੍ਹਦਾ। ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ,
ਉਹ ਸ਼ਬਦ ਪਰਮੇਸ਼ਵਰ ਦੇ ਨਾਲ ਸੀ। ਜੋ ਪਰਮੇਸ਼ਵਰ ਸੀ ਉਹੀ ਸ਼ਬਦ ਸੀ। ਉਹ ਸ਼ੁਰੂ ਤੋਂ ਪਰਮੇਸ਼ਵਰ ਦੇ ਨਾਲ ਸੀ। ਸਭ ਚੀਜ਼ਾਂ ਦੀ ਰਚਨਾ ਪਰਮੇਸ਼ਵਰ ਨੇ ਉਸ ਦੇ ਰਾਹੀਂ ਕੀਤੀ। ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਤੋਂ ਬਿਨਾਂ ਨਹੀਂ ਰਚੀ ਗਈ। ਉਸ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ। ਚਾਨਣ ਹਨੇਰੇ ਦੇ ਵਿੱਚ ਚਮਕ ਰਿਹਾ ਸੀ, ਪਰ ਹਨੇਰੇ ਨੇ ਉਸ ਤੇ ਕਦੀ ਕਾਬੂ ਨਹੀਂ ਪਾਇਆ। ਹੁਣ ਅਸੀਂ ਨੌਵੀਂ ਆਇਤ ਤੇ ਆ ਜਾਂਦੇ। ਸੱਚਾ ਚਾਨਣ ਜੋ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ ਸੰਸਾਰ ਦੇ ਵਿੱਚ ਆ ਰਿਹਾ ਸੀ। ਉਹ ਸੰਸਾਰ ਦੇ ਵਿੱਚ ਸੀ। ਪਰਮੇਸ਼ਵਰ ਨੇ ਸਾਰਾ ਸੰਸਾਰ ਉਸ ਦੇ ਦੁਆਰਾ ਰਚਿਆ, ਪਰ ਫਿਰ ਵੀ ਸੰਸਾਰ ਨੇ ਉਸ ਨੂੰ ਨਾ ਜਾਣਿਆ। ਉਹ ਆਪਣੇ ਘਰ ਆਇਆ। ਜਿਨ੍ਹਾਂ ਲੋਕਾਂ ਨੂੰ ਉਸਨੇ ਦੱਸਿਆ ਸੀ ਕਿ ਤੁਸੀਂ ਅਬਰਾਹਮ ਦੀ ਸੰਤਾਨ ਨਹੀਂ, ਤੁਸੀਂ ਪਰਮੇਸ਼ਵਰ ਦੀ ਵੀ ਸੰਤਾਨ ਨਹੀਂ, ਤੁਸੀਂ ਸ਼ੈਤਾਨ ਦੀ ਸੰਤਾਨ। ਤੁਸੀਂ ਮੇਰਾ ਵਚਨ ਨਹੀਂ ਸੁਣਦੇ। ਇਹ ਤੁਹਾਡੇ ਅੰਦਰ ਉਹ ਜਗ੍ਹਾ ਹੀ ਹੈ ਨਹੀਂ ਗੀ। ਤੁਸੀਂ ਨਹੀਂ ਚੁਣੇ ਗਏ, तो इस करके तुसी नहीं जान सकते कि मैं कौन। ਉਹ ਸੰਸਾਰ ਉਹ ਆਪਣੇ ਘਰ ਆਇਆ, ਪਰ ਉਸਦੇ ਆਪਣੇ ਲੋਕਾਂ ਨੇ ਹੀ ਉਸ ਨੂੰ ਸਵੀਕਾਰ ਨਾ ਕੀਤਾ ਤੇ ਉਸ ਉੱਤੇ ਵਿਸ਼ਵਾਸ ਨਾ ਕੀਤਾ। ਪਰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਅਸੀਂ ਦੇਖਿਆ ਕਿ ਅਸੀਂ ਮਸੀਹ ਦੇ ਦੁਆਰਾ ਪਰਮੇਸ਼ਵਰ ਦੀ ਗੋਦ ਦੀ ਸੰਤਾਨ ਬਣੇ। ਸਾਡਾ ਇੱਕ ਚੁਣਾਵ ਕੀਤਾ ਗਿਆ। ਪ੍ਰਭੂ ਨੇ ਸਾਨੂੰ ਚੁਣ ਕੇ ਵੱਖਰਾ ਕੀਤਾ। ਪ੍ਰਭੂ ਨੇ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਸਾਨੂੰ ਮਸੀਹ ਦੇ ਲਈ ਚੁਣ ਲਿਆ। ਔਰ ਹੁਣ ਇੱਥੇ ਕੀ ਦੇਖਦੇ ਪਏ ਹਾਂ, ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰਕ ਇੱਛਾ ਤੋਂ, ਨਾ ਹੀ ਆਦਮੀ ਦੀ ਇੱਛਾ ਤੋਂ ਹੋਇਆ, ਪਰ ਉਹ ਪਰਮੇਸ਼ਵਰ ਦੀ ਆਪਣੀ ਇੱਛਾ ਦੇ ਨਾਲ ਉਸ ਦੀ ਸੰਤਾਨ ਬਣੀ। ਪਰਮੇਸ਼ਵਰ ਦੀ ਆਪਣੀ ਇੱਛਾ ਦੇ ਨਾਲ ਉਸ ਦੀ ਸੰਤਾਨ ਬਣੀ। ਮੇਰਾ ਚੁਣਾਵ ਕੀਤਾ ਗਿਆ, ਤੁਹਾਡਾ ਚੁਣਾਵ ਕੀਤਾ ਗਿਆ। ਕਦੋਂ? ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ। ਔਰ ਜਿਸ ਵੇਲੇ ਤੁਹਾਡਾ ਜਨਮ ਹੋਇਆ, ਇੱਕ ਸਹੀ ਸਮੇਂ ਤੇ ਪ੍ਰਭੂ ਨੇ ਪਰਮੇਸ਼ਰ ਨੇ ਤੁਹਾਨੂੰ ਫੜਿਆ ਔਰ ਯਿਸੂ ਦੇ ਕੋਲ ਲਿਆ। ਔਰ ਇਸੇ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਹੋਏਗਾ। ਜਿਹੜੇ ਸਾਡੇ ਤੋਂ ਬਾਅਦ ਆਉਣਗੇ ਉਹਨਾਂ ਵਿੱਚੋਂ ਜਿਸ ਨੂੰ ਚੁਣਿਆ ਹੋਏਗਾ ਉਸ ਨੂੰ ਪ੍ਰਭੂ ਦੇ ਕੋਲ ਲਿਆਏਗਾ। ਪ੍ਰਭੂ ਦੇ ਕੋਲ ਲਿਆਏਗਾ। ਮਸੀਹ ਘਰ ਦੇ ਵਿੱਚ ਜਨਮ ਲੈਣ ਦੇ ਨਾਲ ਕੋਈ ਮਸੀਹੀ ਨਹੀਂ। ਬਹੁਤ ਸਾਰੇ ਕ੍ਰਿਸਚਨ ਲੋਕ ਆਪਣੇ ਆਪ ਨੂੰ ਕਹਿੰਦੇ ਮੈਂ ਕ੍ਰਿਸਚਨ, ਬਹੁਤ ਸਾਰੇ ਅਸੀਂ ਦੇਖਦੇ ਹਾਂ ਗੋਰਿਆਂ ਦੀਆਂ ਚਰਚਾਂ ਭਰੀਆਂ ਪਈਆਂ ਹੁੰਦੀਆਂ ਲੋਕਾਂ। ਪਰ ਤੁਸੀਂ ਹਮੇਸ਼ਾ ਦੇਖੋਗੇ ਜ਼ਿਆਦਾ ਗਿਣਤੀ ਬਜ਼ੁਰਗਾਂ ਦੀ ਹੁੰਦੀ ਹੈ ਜਾਂ ਬੱਚਿਆਂ ਦੀ ਹੁੰਦੀ ਹੈ। ਜਿਹੜਾ ਗਵਲਾ ਹੁੰਦਾ ਨਾ ਇਹ ਮਿਸ ਹੁੰਦਾ। ਕਿਉਂ? ਕਿਉਂਕਿ ਉਹ ਇਸ ਨੂੰ ਇੱਕ ਧਰਮ ਮੰਨਦੇ ਕਿ ਕ੍ਰਿਸਚੈਨਿਟੀ ਸਾਡਾ ਧਰਮ, ਰਿਲੀਜਨ ਹੈ। ਬਲਕਿ ਇਹ ਰਿਲੀਜਨ ਹੀ ਰਿਸ਼ਤਾ ਹੈ। ਇਹ ਰਿਸ਼ਤਾ ਹੈ। ਮੈਂ ਕਿੱਥੇ ਪੈਦਾ ਹੋਣਾ ਇਹ ਪ੍ਰਭੂ ਜਾਣਦਾ, ਮੈਂ ਕਿੱਥੇ ਪੈਦਾ ਹੋਣਾ, ਪਰ ਮੈਨੂੰ ਉਸਨੇ ਕਿੱਥੇ ਲੈ ਕੇ ਆਉਣਾ ਇਹ ਵੀ ਉਸਦੀ ਮਰਜ਼ੀ ਕਿ ਉਹਨੇ ਮੈਨੂੰ ਮਸੀਹ ਦੇ ਵਿੱਚ ਕਿੱਥੇ ਲੈ ਕੇ, ਕਿਉਂ ਲੈ ਕੇ ਆਉਣਾ, ਮੁਕਤੀ ਆਪਣੀ ਦੇਣੀ ਹੈ। ਔਰ ਫਿਰ ਅਸੀਂ ਦੇਖਦੇ ਹੈਗੇ ਹਾਂ ਕਿ ਅਸੀਂ ਦੋ ਚੀਜ਼ਾਂ ਇੱਥੇ ਦੇਖ ਚੁੱਕੇ ਹਾਂ। ਪ੍ਰਭੂ ਨੇ ਆਪ ਮੇਰਾ ਚੁਣਾਵ ਕੀਤਾ। ਪ੍ਰਭੂ ਨੇ ਮੈਨੂੰ ਉਸਦੀ ਮਸੀਹ ਦੇ ਵਿੱਚ ਆਪਣੀ ਸੰਤਾਨ ਬਣਾਇਆ। ਲੇਕਿਨ ਹੁਣ ਅਸੀਂ ਇੱਕ ਹਿੱਸਾ ਦੇਖਾਂਗੇ ਕੁਰਿੰਥੀਆਂ ਦੇ ਵਿੱਚੋਂ। ਬਹੁਤ ਪਿਆਰਾ ਹਿੱਸਾ, ਅਸੀਂ ਮਿਸ ਕਰ ਜਾਂਦੇ ਇਸ ਹਿੱਸੇ ਨੂੰ, ਕਿਉਂਕਿ ਅਸੀਂ ਮੋਸਟਲੀ ਜਿਹੜਾ ਪੜ੍ਹਦੇ ਹਾਂ ਨਾ ਇਸ ਦੇ ਲਈ ਉਹ ਦੂਸਰਾ ਕੁਰਿੰਥਸ ਦੇ ਵਿੱਚੋਂ ਪੜ੍ਹ ਲੈਂਦੇ ਹਾਂ। ਲੇਕਿਨ ਅਸੀਂ ਜਿਸਲੇ ਪਹਿਲੇ ਕੁਰਿੰਥਸ ਦੇ ਵਿੱਚ ਦੇਖਾਂਗੇ ਨਾ ਤੇ ਉੱਥੇ ਬਹੁਤ ਹੀ ਸਫਾਈ ਦੇ ਨਾਲ ਉਸਦਾ 6ਵਾਂ ਭਾਵ ਦੇਖੋ ਮੇਰੇ ਨਾਲ। ਪਹਿਲਾ ਕੁਰਿੰਥਸ ਉਸਦਾ 6ਵਾਂ ਭਾਵ। ਔਰ ਉੱਥੇ ਕੁਰਿੰਥਸ ਦੀ ਜਿਹੜੀ ਚਰਚ ਸੀਗੀ ਉੱਥੇ ਬਹੁਤ ਸਾਰੇ ਐਸੇ ਲੋਕ ਸੀ ਜਿਨ੍ਹਾਂ ਦੀ ਜ਼ਿੰਦਗੀ ਸਹੀ ਨਹੀਂ ਸੀ। ਔਰ ਪ੍ਰਭੂ ਨੇ ਉਹਨਾਂ ਨੂੰ ਇੱਥੇ ਦੱਸ ਰਿਹਾ, ਪ੍ਰਭੂ ਦਾ ਵਚਨ ਉਹਨਾਂ ਨੂੰ ਦੱਸ ਰਿਹਾ, ਸੰਤ ਪੌਲ ਦੇ ਰਾਹੀਂ ਲਿਖਵਾ ਰਿਹਾ। ਕਹਿੰਦਾ ਕਿ ਤੁਸੀਂ ਆਪਣੇ ਸਰੀਰ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੋ। 12 ਆਇਤ ਤੋਂ ਪੜਾਂਗਾ, ਭਾਵ ਹੈਗਾ 6। ਤੁਸੀਂ ਕਹਿੰਦੇ ਹੋ ਮੇਰੇ ਲਈ ਸਭ ਚੀਜ਼ਾਂ ਯੋਗ ਹਨ। ਇਹ ਠੀਕ ਹੈ, ਪਰ ਸਭ ਚੀਜ਼ਾਂ ਲਾਭਕਾਰੀ ਨਹੀਂ ਹਨ। ਮੈਨੂੰ ਸਭ ਕੁਝ ਕਹਿਣ ਦਾ ਹੱਕ ਹੈ, ਪਰ ਮੈਂ ਕਿਸੇ ਦੇ ਅਧੀਨ ਨਹੀਂ ਰਹਾਂਗਾ। ਇਹ ਤੁਸੀਂ ਕਹਿੰਦੇ ਹੋ ਭੋਜਨ ਪੇਟ ਲਈ ਹੈ ਅਤੇ ਪੇਟ ਭੋਜਨ ਦੇ ਲਈ।
पर याद रखो परमेश्वर दोहां का नाश कर देगा, क्योंकि शरीर व्यभिचार दे लई नहीं है, सगों प्रभु दे लई है, अते प्रभु शरीर दे लई। परमेश्वर ने प्रभु नूं मुर्दियां दे विचों जिंदा कीता, इसे तरह वो सानू भी अपनी शक्ति दे नाल जिंदा करेगा। कि तुसी नहीं जानते हो कि तुहाडे शरीर मसीह दे शरीर दे अंग हन? फिर की मसीह दे शरीर दे अंग नूं लैके वैश्वा दे शरीर दा अंग बना देवोगे? कदी भी नहीं। कि तुसी नहीं जानते हो, देखो बार बार यह आयत आउंदी, कि तुसी नहीं जानते हो, कि तुसी नहीं जानते हो, कि तुसी नहीं जानते हो कि वैश्वा दे कोल जांदा है उस दे नाल सरीरक तौर ते एक हो जाता है, क्योंकि पवित्र वचन कहता है वो दोवें एक शरीर होंगे। पर जो प्रभु दे कोल आउंदा है वो प्रभु दा आत्मिक तौर ते एक हो जाता है। व्यभिचार तो दूर रहो, क्योंकि सब पाप जो आदमी करता है उस दे शरीर दे बाहर ही हैं, पर जो आदमी विचार करता है वो अपने शरीर के विरुद्ध करता है। कि तुसी नहीं जानते हो? एक बुराई तो दूर किया, हर तरह की बुराई तो दूर किया, करन तो बाद ये सारियां चीज़ां हुण जिहड़ा आखिरी आया ये देखण वाली चीज़ है। कि तुसी नहीं जानते हो कि तुसी पवित्र आत्मा दे मंदिर हो, तुहाडे अंदर जो तुहाडे अंदर वास करता है तुहानू परमेश्वर दे कोलों मिलिया है, तुसी मुल दे के खरीदे गए हो, इसलिए अपने शरीर के द्वारा परमेश्वर की वडियाई करो। वाह, किस तरह प्रभु ने खरीदा? अपने लहू, मसीह के लहू के नाल यसू ने मैनू खरीदा। किस दे लई? परमेश्वर का पुत्र बनाने के लिए। उसने कदों सोचा सी? निया रखने तो पहले, और अपने पुत्र के लहू के नाल मैनू खरीदिया, और उसने मैनू की बनाया? पवित्र आत्मा। पवित्र आत्मा। और ये प्रभु की महान दया के कारण होया कि जिसने मैनू चुनिया और जिसने मैनू वखरा किया। सो हुण कित्थों कित्थों मैनू कढ के लैके आया। मेरे नाल रोमन्स के 5वें पाप पे आ जाओ। रोमन्स का 5वां पाप, रोमन्स का 5वां पाप, और उत्थे सानू दस्सिया गया। मैं 12 आयत तो पढ़ूँ, 12 आयत तो असीं देखांगे कि प्रभु ने सानू किस तरह धर्म और धार्मिकता तो कढ लिया। साडी जिहड़ी होंद आ वो धर्म नहीं, धार्मिकता नहीं, पर रिश्ता है। साडी असीं मुक्ति लभदे नहीं फिर रहे, असीं मुक्त हाँ, असीं धरती ते स्वर्गवासी, धरती ते स्वर्गवासी। और एक ही चीज कह रहा प्रभु का वचन, देखो कहता ये इस तरह होया कि एक आदमी, में 12 आयत तो लगा पढ़न, ये इस तरह होया कि एक आदमी के द्वारा पाप संसार दे विच आया, पाप दे द्वारा मौत आई, इउं मौत सारी मनुख जाति दे विच फैल गई, क्योंकि सब ने पाप किया। नेम शास्त्र दे होंद दे विच आउण तो पहलां ही इस संसार दे विच पाप दी होंद सी, पर क्योंकि नेम शास्त्र नहीं सी इसलिए पाप का भी कोई लेखा नहीं लाया जाता सी। पर फिर भी मौत आदम तो लैके मूसा तक सब लोगों ते राज किया, इत्थों तक कि उन्हां लोगों ते भी जिन्हां ने आदम की तरह परमेश्वर की आज्ञा नूं सीधे तौर ते तोड़ के पाप नहीं किया सी। पाप ने जड़ा उत्थों ही फड़ लियां सी, पाप दे विच ही असीं पैदा होए हैं, वो पाप पहला ही अंदर सी, और ਉਹਦੇ ਨਾਲ पाप तो मौत पैदा होंदी। सो हुण प्रभु देखो, आदम आउण वाले मनुख का एक चिन्ह सी, पर वो उसके अपराध अते परमेश्वर के मुफ्त वरदान विच आपो विच कोई समानता नहीं है। ये सच है कि एक आदमी के अपराध बहुतियां की मौत का कारण होया, पर परमेश्वर की किरपा अते मुफ्त वरदान
ਇੱਕ ਤੋਂ ਵੀ ਵੱਧ ਇੱਕ ਆਦਮੀ ਦੁਆਰਾ ਯਿਸੂ ਮਸੀਹ ਦੇ ਦੁਆਰਾ ਸਭ ਦੇ ਲਈ ਬਹੁਤਾ ਅਸੀਸ ਦਾ ਕਾਰਨ ਬਣਿਆ। ਸੋ ਇੱਕ ਆਦਮੀ ਦੇ ਪਾਪ ਅਤੇ ਪਰਮੇਸ਼ਰ ਦੇ ਮੁਫਤ ਵਰਦਾਨ ਦਾ ਨਤੀਜਾ ਇੱਕੋ ਜਿਹਾ ਨਹੀਂ ਹੈ, ਕਿਉਂਕਿ ਇੱਕ ਆਦਮੀ ਦੇ ਇੱਕ ਪਾਪ ਦਾ ਨਤੀਜਾ ਦੋਸ਼ੀ ਠਹਿਰਾਇਆ ਜਾਣਾ ਹੋਇਆ, ਪਰ ਬਹੁਤੇ ਸਾਰੇ ਪਾਪਾਂ ਦੇ ਕਾਰਨ ਮੁਫਤ ਵਰਦਾਨ ਹੋਂਦ ਦੇ ਵਿੱਚ ਆਇਆ, ਜਿਸ ਦਾ ਨਤੀਜਾ ਨਿਰਦੋਸ਼ੀ ਠਹਿਰਾਇਆ ਜਾਣਾ ਹੋਇਆ। ਇਹ ਸੱਚ ਹੈ ਕਿ ਇੱਕ ਆਦਮੀ ਦੇ ਪਾਪ ਦੇ ਦੁਆਰਾ ਮੌਤ ਨੇ ਆਪਣਾ ਰਾਜ ਸ਼ੁਰੂ ਕੀਤਾ। ਇਹ ਕੇਵਲ ਇੱਕ ਆਦਮੀ ਦੇ ਕਾਰਨ ਹੋਇਆ ਅਤੇ ਪਵਿੱਤਰਤਾ ਦਾ ਮੁਫਤ ਵਰਦਾਨ ਪ੍ਰਾਪਤ ਕੀਤਾ ਗਿਆ। ਉਹ ਇੱਕ ਮਨੁੱਖ ਅਰਥਾਤ ਯਿਸੂ ਮਸੀਹ ਦੇ ਦੁਆਰਾ ਜੀਵਨ ਤੇ ਜ਼ਰੂਰ ਰਾਜ ਕਰਨਗੇ। ਸੋ ਇਸ ਤਰ੍ਹਾਂ ਇੱਕ ਅਪਰਾਧ ਦੇ ਦੁਆਰਾ ਸਭ ਮਨੁੱਖ ਜਾਤੀ ਦੋਸ਼ੀ ਠਹਿਰਾਈ ਗਈ, ਉਸੇ ਤਰ੍ਹਾਂ ਇੱਕ ਭਲੇ ਕੰਮ ਦੁਆਰਾ ਸਭ ਮਨੁੱਖ ਜਾਤੀ ਨੂੰ ਮੁਕਤੀ ਅਤੇ ਜੀਵਨ ਦਾ ਦਾਨ ਮਿਲੇ, ਕਿਉਂਕਿ ਜਿਵੇਂ ਇੱਕ ਆਦਮੀ ਦੀ ਆਗਿਆ ਭੰਗ ਕਰਨ ਦੇ ਨਾਲ ਸਾਰੇ ਆਦਮੀ ਪਾਪੀ ਠਹਿਰੇ, ਤਿਵੇਂ ਹੀ ਇੱਕ ਆਦਮੀ ਦੀ ਆਗਿਆ ਪਾਲਣ ਦੇ ਨਾਲ ਬਹੁਤ ਸਾਰੇ ਆਦਮੀ ਪਰਮੇਸ਼ਰ ਦੇ ਸਾਹਮਣੇ ਨਿਰਦੋਸ਼ੀ ਠਹਿਰੇ। ਨੇਮ ਦੀ ਸਥਾਪਨਾ ਕੀਤੀ ਗਈ ਕਿ ਅਪਰਾਧ ਵਧੇ, ਅਤੇ ਜਿੱਥੇ ਪਾਪ ਦਾ ਵਾਧਾ ਹੋਇਆ ਉੱਥੇ ਪਰਮੇਸ਼ਰ ਦੀ ਕਿਰਪਾ ਦਾ ਉਸ ਤੋਂ ਵੀ ਅਧਿਕ ਵਾਧਾ ਹੋਇਆ। ਇਸ ਤਰ੍ਹਾਂ ਪਾਪ ਨੇ ਮੌਤ ਦੇ ਦੁਆਰਾ ਮਨੁੱਖਾਂ ਦੇ ਉੱਤੇ ਰਾਜ ਕੀਤਾ, ਉਸੇ ਤਰ੍ਹਾਂ ਦੈਵੀ ਕਿਰਪਾ ਦੀ ਉਚਿਤ ਠਹਿਰਾਉਂਦੀ ਹੋਈ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਨੰਤ ਜੀਵਨ ਦਿੰਦੀ ਹੋਈ ਰਾਜ ਕਰਦੀ। ਸੋ ਇਸ ਬਿਗ ਇਸ ਬਹੁਤ ਵੱਡਾ ਸਿੰਪਲ, ਹੁਣ ਮੈਂ ਸਿੰਪਲੀਫਾਈ ਕਰਨਾ। ਆਦਮ ਨੇ ਜਿਹੜਾ ਪਾਪ ਕੀਤਾ ਉਸ ਦੇ ਨਾਲ, ਕਿਉਂਕਿ ਅਸੀਂ ਸਾਰੇ ਉਸ ਦੀ ਸੰਤਾਨ, ਉਹ ਪਾਪ ਸਾਰਿਆਂ ਦੇ ਵਿੱਚ ਆਇਆ। ਆਦਮ ਨੇ ਜਿਸਲੇ ਪਾਪ ਕੀਤਾ ਤਾਂ ਉਸ ਨੇ ਪ੍ਰਭੂ ਦੀ ਆਗਿਆ ਨੂੰ ਤੋੜਿਆ, ਸਿੰਪਲ। ਔਰ ਉਸ ਦੇ ਨਾਲ ਸਾਰਾ ਹਰ ਜਿਹੜਾ ਬੱਚਾ ਵੀ ਪੈਦਾ ਹੋਣ ਵਾਲਾ ਉਹ ਪਾਪੀ ਹੈ। ਪਰ ਪ੍ਰਭੂ ਯਿਸੂ ਮਸੀਹ ਦੀ ਆਗਿਆਕਾਰੀ ਦੇ ਕਾਰਨ, ਪ੍ਰਭੂ ਯਿਸੂ ਮਸੀਹ ਨੇ ਆਗਿਆਕਾਰੀ ਕਦੋਂ ਕੀਤੀ ਸੀ? ਜਿਸ ਲਈ ਸ਼ੈਤਾਨ ਨੇ ਉਹਨਾਂ ਨੂੰ ਪਰਖਿਆ, ਉਹਨਾਂ ਨੇ ਉਹਦੀ ਕਿਸੇ ਵੀ ਚੀਜ਼ ਦੇ ਵਿੱਚ ਹਾਂ ਨਹੀਂ ਪਾਈ, ਕਿਸੇ ਵੀ ਚੀਜ਼ ਦੇ ਵਿੱਚ ਹਾਂ ਨਹੀਂ ਪਾਈ। ਔਰ ਇੱਕ ਜਿਸ ਤਰ੍ਹਾਂ ਅਸੀਂ ਪਿੱਛੇ ਪੜ੍ਹ ਕੇ ਹਟੇ ਹਾਂ, ਕੌਣ ਮੈਨੂੰ ਪਾਪੀ ਸਿੱਧ ਕਰਦਾ ਹੈ, ਜਿਸ ਲਈ ਉਹ ਯਹੂਦੀਆਂ ਦੇ ਨਾਲ ਗੱਲ ਕਰਦੇ ਤੇ ਉਹ ਕਹਿੰਦੇ ਅਸੀਂ ਅਬਰਾਹਮ ਦੀ ਸੰਤਾਨ। ਕਹਿੰਦੇ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ। ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ, ਤੁਸੀਂ ਪਰਮੇਸ਼ਵਰ ਦੀ ਸੰਤਾਨ ਹੁੰਦੇ ਤਾਂ ਤੁਸੀਂ ਮੇਰੇ ਵਚਨਾਂ ਨੂੰ ਸੁਣਦੇ ਪਰ ਮੰਨਦੇ। ਤੁਸੀਂ ਸ਼ੈਤਾਨ ਹੋ, ਤੁਹਾਡੇ ਅੰਦਰ ਪਾਪ, ਔਰ ਉਹ ਪਾਪ ਨੇ ਤੁਹਾਡੇ ਕੰਨ ਬੰਦ ਕੀਤੇ, ਉਹ ਪਾਪ ਨੇ ਤੁਹਾਡੀਆਂ ਅੱਖਾਂ ਅੰਨੀਆਂ ਕੀਤੀਆਂ, ਤੁਸੀਂ ਨਹੀਂ ਸੁਣ ਸਕਦੇ। ਪ੍ਰਭੂ ਦਾ ਸ਼ੁਕਰ ਹੈ, ਇੱਥੇ ਉਹ ਕਹਿ ਰਿਹਾ ਕਿ ਪ੍ਰਭੂ ਦਾ ਸ਼ੁਕਰ ਹੈ ਕਿ ਯਿਸੂ ਮਸੀਹ ਦੀ ਸਲੀਬੀ ਮੌਤ ਤੱਕ ਆਗਿਆਕਾਰੀ ਜਿਹੜੀ ਸੀਗੀ, ਉਸ ਨੇ ਬਹੁਤਿਆਂ ਦੇ ਲਈ ਬਰਕਤ ਦਾ ਦਰਵਾਜ਼ਾ ਖੋਲ੍ਹਿਆ। ਇੱਕ ਪਾਪ ਦੇ ਨਾਲ ਮੈਂ ਪਾਪੀ, ਇੱਕ ਪਾਪ ਦੇ ਕਾਰਨ ਮੈਂ ਪਾਪੀ ਸੀ, ਔਰ ਉਸ ਦਰਵਾਜ਼ੇ ਦੇ ਵਿੱਚੋਂ ਮੈਨੂੰ ਬਾਹਰ ਕੱਢ ਦਿੱਤਾ ਗਿਆ, ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਪ੍ਰਭੂ ਯਿਸੂ ਮਸੀਹ ਦੇ ਨਾਲ ਉਹ ਦਰਵਾਜ਼ਾ ਮੇਰੇ ਲਈ ਖੋਲ ਦਿੱਤਾ ਗਿਆ ਕਿ ਮੈਂ ਪ੍ਰਭੂ ਦੇ ਕੋਲ ਜਾ ਸਕਾਂ। ਮੈਂ ਪਰਮੇਸ਼ਵਰ ਦੀ ਸੰਤਾਨ ਹਾਂ, ਔਰ ਮੈਂ ਅਨੰਤ ਜੀਵਨ ਦਾ ਇੱਥੇ ਧਰਤੀ ਤੇ ਮੈਨੂੰ ਪਤਾ ਕਿ ਮੇਰੇ ਕੋਲ ਅਨੰਤ ਜੀਵਨ, ਮੇਰੇ ਕੋਲ ਮੈਂ ਪ੍ਰਭੂ ਦਾ, ਉਹਨੇ ਮੈਨੂੰ ਆਪਣੇ ਲਈ ਚੁਣਿਆ, ਉਹਨੇ ਮੈਨੂੰ ਆਪਣੇ ਲਈ ਵੱਖਰਾ, ਮੈਂ ਉਸ ਦਾ, ਮੈਂ ਉਸ ਦਾ। ਇਸ ਚੀਜ਼ ਦੇ ਲਈ ਪ੍ਰਭੂ ਦਾ ਬਹੁਤ ਸ਼ੁਕਰ। ਮੈਂ ਕੌਣ ਹਾਂ? ਮੈਂ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਚੁਣਿਆ ਗਿਆ। ਮੈਂ ਕੌਣ ਹਾਂ? ਮੈਨੂੰ ਪਰਮੇਸ਼ਵਰ ਨੇ ਆਪਣੀ ਸੰਤਾਨ ਬਣਾਇਆ, ਮੈਂ ਉਸਦੀ ਸੰਤਾਨ। ਮੈਂ ਕੌਣ ਹਾਂ? ਮੈਂ ਪਵਿੱਤਰ ਆਤਮਾ ਦਾ ਮੰਦਰ ਹਾਂ, ਉਹਦਾ ਆਤਮਾ ਮੇਰੇ ਅੰਦਰ ਵਾਸ ਕਰਦਾ। ਮੈਂ ਕੌਣ ਹਾਂ? ਮੇਰਾ ਰਿਸ਼ਤਾ ਕੀ ਹੈ ਪ੍ਰਭੂ ਦੇ ਨਾਲ? ਉਹ ਮੇਰਾ ਬਾਪ ਹੈ, ਉਸ ਦਾ ਬੇਟਾ ਹੈ। ਲੇਕਿਨ ਹੁਣ ਇੱਕ ਚੀਜ਼ ਆਖਰ ਦੇ ਵਿੱਚ ਅਸੀਂ ਦੇਖਾਂਗੇ, ਮੇਰੇ ਨਾਲ ਆ ਜਾਓ ਰੋਮਨਸ ਦੇ ਪਹਿਲੇ ਪਤਰਸ ਦੇ ਵਿੱਚ ਪ੍ਰਭੂ ਨੇ ਸਾਰੀ ਚੀਜ਼ ਇਹ ਖੋਲ ਦਿੱਤੀ ਕਿ ਅਸੀਂ ਕੌਣ ਹਾਂ। ਅਸੀਂ ਆਪਣੇ ਰੰਗ ਦੇ ਨਾਲ ਨਹੀਂ ਜਾਣੇ ਜਾਂਦੇ,
ਅਸੀਂ ਜਿਸ ਕੌਮ ਦੇ ਵਿੱਚ ਪੈਦਾ ਹੋਏ ਹਾਂ ਉਸ ਦੇ ਨਾਲ ਨਹੀਂ ਜਾਣੇ ਜਾਂਦੇ, ਬਲਕਿ ਅਸੀਂ ਜੋ ਚੁਣਾਵ ਆ ਪ੍ਰਭੂ ਨੇ ਸਾਡੇ ਲਈ ਕੀਤਾ। ਪਹਿਲਾ ਪਤਰਸ उसका दूसरा भाग देखो, पहली आयत कहता, इसलिए अपने आप नूं हर तरह की बुराई, धोखा, पखंड, ईर्खा, गंदी बोली तो दूर रखो। तुसी नव जन्मे बच्चों की तरह हमेशा शुद्ध अते आत्मक दुध के लिए चाहवान रहो, जो इसनूं पी के वधो फुलो और मुक्ति प्राप्त कर सको। धर्म ग्रंथ इसका गवाह है कि तुसी प्रभु की दया का स्वाद चख चुके हो। देखो किन्नियां चीज़ां जिन्हां ते असीं देख सकते हैं, पर मैं तुहानूं उस आयत वाल नूं लैके जा रहा, जिहड़ी आयत साडा असीं कौन आ जिहड़ी सानूं दस्सेगी। इसलिए तुसीं प्रभु दे कोल आओ, वो जिउंदा पत्थर है जिस नूं मनुख ने रद दिता, पर वो परमेश्वर दे सामने चुनिया होया अते बहुमुल्ला है। इसलिए आओ अते जिउंदे पत्थर दी तरह आत्मक इमारत दी उसारी दे विच लग जाओ। इस तरह तुसी पवित्र पुरोहित बन जाओगे अते इहो जै पवित्र चढ़ावे चढ़ाओगे जिन्हां नूं परमेश्वर यसु मसीह दे राहीं स्वीकार करता है। अगे देखो, इस बारे धर्म ग्रंथ कहता है, मैं सियोन दा बहुमुल्ला चुनिया होया नींह पत्थर रखदा हां, जो कोई उस उत्ते विश्वास करेगा कदी शर्मिंदा नहीं होएगा। तुसां विश्वास दे लई ये पत्थर बहुमुल्ला है, पर वो जो विश्वास नहीं करते हैं उन्होंने ये याद रखना जरूरी है कि जिस पत्थर नूं राजा ने निकम्मा समझिया वो कोने का पत्थर बनया है। धर्म ग्रंथ एक थां होर कहता है, वो पत्थर जिस तो लोगों नूं ठोकर लगती है, वो चट्टान जिस ते डिगदे हैं वो ठोकर खाते हैं, क्योंकि उन्होंने वचनां दे उत्ते विश्वास नहीं किया है। उन्हां दे लई यही ठहराया गया है। प्रभु यसु मसीह दे नाल बहस करते रहे, प्रभु यसु मसीह दे लिए पत्थर चुक के उसनूं मारन की कोशिश करते रहे। इन्हां विच उन्होंने सारा समा कटिया, पर जिन्हां नूं प्रभु ने चुन के लियांदा, जिन्हां नूं प्रभु ने अपने बनाया, जिन्हां नूं प्रभु ने अपनी संतान बनाया, जिन्हां नूं प्रभु ने अपने बच्चे बनाया, जिन्हां नूं प्रभु ने पवित्र आत्मा के मंदिर बनाया, उन्हां दे लई देखो की लिखिया। हुण नौवीं आयत मिलना हो, तुसी चुनिया होया वंश, रासी प्रोतां दा दल, पवित्र कौम अते परमेश्वर दे अपने लोग हो। तुसी उस दे वड्डे कम्मां दा प्रचार करो जिसने तुहानूं हनेरे दे विचों अपने अद्भुत चानण दे विच सद्दिया है। एक समा सी जदों तुसी कुछ भी नहीं सो, पर हुण तुसी परमेश्वर दे लोग हो, अते उस समय तुसी उसकी दया तो बाहर सो, पर हुण तुसी उसकी दया प्राप्त कर चुके। Isn't that amazing? मेरे रंग का कुछ नहीं, मेरा मैं जिस देश च पैदा होया उहदा कोई मतलब नहीं, मैं किहड़ी बोली बोलदा उहदा कोई मतलब नहीं, पर मैं कौन हाँ? मैं प्रभु दा चुनिया होया, वखरा किया होया, उसका अपना बच्चा है, जो जिसने मैनू ये बड़ा महान जगह दी है कि परमेश्वर दे चुनिया होया वंश, रासी प्रोतां दा दल, पवित्र कौम अते परमेश्वर दे अपने लोग, उसकी अपनी कौम, उसकी अपनी उम्मत, जिहड़ा शब्द वरत्या जांदा वो उम्मत, तुसीं अपनी उम्मत, उस प्रभु दे तुसीं लोग, उसने तुहानूं चुनिया, वखरे कीता, और ये साडी आइडेंटिटी जो असीं देख के कहते हैं, ये साडी आइडेंटिटी है, ये असल साडा प्रभु दे नाल कोई धर्म नहीं, असीं कोई धार्मिक लोग नहीं, असीं उसके चुने हुए लोग, असीं उसकी संतान, साडा प्रभु दे नाल रिश्ता, साडा प्रभु दे नाल एक रिश्ता। आओ एक गीत गाइए और उससे मेरा मन खो देना,
प्रभु बिनती करूं बार, प्रभु बिनती करूं, मेरा मन धो देना प्रभु बिनती करूं बार बार, मेरा मन धो देना प्रभु बिनती करूं बार बार। मन मेरा हो गया पापों से मैला, मन मेरा हो गया पापों से मैला, मैं धोते धोते हुआ लाचार प्रभु, मैं धोते धोते हुआ लाचार प्रभु बिनती करूं बार बार, मेरा मन धो देना प्रभु बिनती करूं बार बार। मैंने भूल करी बड़ी भारी, मैंने भूल करी बड़ी भारी, आया नहीं मैं तुम्हारे द्वार यीशु, आया नहीं मैं तुम्हारे द्वार यीशु, बिनती करूं बार बार, मेरा मन धो देना यीशु, बिनती करूं बार बार। बाइबल भीतर मैंने पाया, बाइबल भीतर मैंने पाया, तुम ही हो दिल के धोवनहार प्रभु, तुम ही हो दिल के धोवनहार प्रभु, बिनती करूं बार बार, मेरा मन धो देना प्रभु बिनती करूं बार बार। दास कहे इस पापी मन को, दास कहे इस पापी मन को, कृपा करो तुम दीजो निखार यीशु, कृपा करो तुम दीजो निखार प्रभु, बिनती करूं बार बार, मेरा मन धो देना यीशु, बिनती करूं बार बार, मेरा मन धो देना प्रभु, बिनती करूं बार बार। प्रभु जी तेरा बहुत शुक्र करते, तेरी दया दे लई, तेरी कृपा दे लई, तेरी उस आशीष दे लई जो तू सानू दित्ती। खुदावंद ਅਸੀਂ तेरे उस चुनाव के लिए शुक्र करते हैं। सानू की पता सी खुदावंद, पर तेरा रहम तेरी कुदरत सानू तेरे कोल लैके आई। सब तो ज्यादा तेरी दया ने साडा चुनाव किया। तू जानदा सी कि असीं अपने कम्मां दे द्वारा नहीं बच सकते, क्योंकि पाप की पवित्र काम कर लेगा, पापी दे की पवित्र काम कर। तेरा शुक्र करते हैं साडा चुनाव किया, सानू वखरे किया, सानू अपने बनाया। प्यारे प्रभु, हम तू साडी अपनी हजूरी दे नाल भर के हम प्रभु तू सानू अपने घर तो लैके जाए। तू साडे अगे साडे पिछे सज्जे खब्बे पैरां दे विच तेरा छोटा रस्ता, और प्रभु जी स्वर्ग तो तेरी निगाहबानी और अंदर पवित्र आत्मा और बेटे का साथ नाल नाल चले। साडे परिवारां दे उत्ते प्रभु जी तेरा रहम बनिया रहे। शांति दया आराम दे नाल प्रभु जी तू सारे परिवारां दे उत्ते अपनी राखी वाला हाथ, अपनी संभाल वाला हाथ, बुरे और बुराई तो बचाई, और प्रभु जी अपनी नजदीकी दे विच सब कुछ असीं अपने प्यारे प्रभु यीशु मसीह के मिठे और प्यारे नाम दे विच, और सारे भैन